सच दी आवाज़ चैनल विच तुहाडे सारिਆਂ ਦਾ मैं स्वागत करदा हाँ। मैं नवजोत सिंह तुहानू सब नू प्यार भरी जैमसी दी आखदा हाँ। अज साडे विचकार बहुत ही परमेश्वर दे दास और उन्हां दी सारी फैमिली साडे विचकार मौजूद है। असी अज परमेश्वर दी टैस्टमनी उन्हां दे कोलों जाणांगे और उन्हां दे एक्सपीरियंस नू जाणांगे कि किवें परमेश्वर दे विच ओह आए और किवें परमेश्वर ने उन्हां दे जीवन दे विच काम कीता, क्योंकि ये फैमिली जिहड़ी काफ़ी समय तो परमेश्वर दे विच काम कर रही है और बहुत ही परमेश्वर ने इन्हां दे जीवनां दे विच काम कीता है। आओ असी जानते हाँ साडे विचकार बहुत ही सत्कारयोग साडे आंटी जी ने। आओ असी जाणांगे उन्हां दे नाल कि किवें उन्हां दे जीवन दे विच परमेश्वर ने काम कीता है। हाँ जी, जय मसीह जी सारिਆਂ ਨੂੰ। मेरा नाम ਭੁਪਿੰਦਰਜੀਤ कौर है। हालेलुया। प्रभु जी, प्रभु ਦਾ ਧੰਨਵਾਦ ਹੋਵੇ कि प्रभु ने सानू चुनिया, इस ਯੋਗ बनाया कि ਅਸੀਂ प्रभु ਦੀ ਮਹਿਮਾ कर ਸਕੀਏ। कि प्रभु तो ਪਹਿਲਾਂ ਅਸੀਂ ਜਿਹੜੀ ਜ਼ਿੰਦਗੀ ਜੀ ਰਹੇ ਸੀ ਉਹ ਬੜੀ ਨਰਕ ਭਰੀ ਜ਼ਿੰਦਗੀ ਸੀ। ਬਿਮਾਰੀਆਂ 'ਚ ਵਹਿਮਾਂ ਭਰਮਾਂ 'ਚ ਫਸੇ ਹੋਏ ਸੀ, ਉਹਨਾਂ 'ਚੋਂ ਨਿਕਲ ਨਹੀਂ ਸਕਦੇ ਸੀ। ਲੇਕਿਨ ਪ੍ਰਭੂ ਦਾ ਧੰਨਵਾਦ ਹੈ, ਉਹਨੇ ਸਾਨੂੰ ਚੁਣ ਲਿਆ। ਇਹਨਾਂ ਅੰਨੀਆਂ ਜ਼ਿੰਦਗੀਆਂ 'ਚੋਂ ਸਾਨੂੰ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ। ਅਸੀਂ ਪਰਮੇਸ਼ਰ ਦੇ ਰਾਜ ਵਿੱਚ, ਹਜ਼ੂਰੀ ਵਿੱਚ ਅਸੀਂ ਪ੍ਰਵੇਸ਼ ਕਰ ਗਏ ਹਾਂ। ਪਰਮੇਸ਼ਰ ਨੇ ਸਾਨੂੰ ਚੁਣਿਆ, ਅਸੀਂ ਉਹਦੀ ਹਜ਼ੂਰੀ ਵਿੱਚ ਬੈਠਦੇ ਹਾਂ, ਉਹਦੀ ਆਰਾਧਨਾ ਕਰਦੇ ਹਾਂ। ਸਾਨੂੰ ਬਹੁਤ ਆਨੰਦ ਆਉਂਦਾ ਹੈ। ਪ੍ਰਭੂ ਜੀ ਦਾ ਧੰਨਵਾਦ ਕਰਦੇ ਹਾਂ। ਅਸੀਂ ਜਾਣਾਂਗੇ ਮੈਡਮ ਕੋਲ ਕਿ ਉਹਨਾਂ ਦੀ ਜਿਹੜੀ ਸ਼ੁਰੂਆਤ ਸੀ ਪਰਮੇਸ਼ਰ ਦੇ ਵਿੱਚ ਆਉਣ ਦੀ, ਉਹਨਾਂ ਦਾ ਜਿਹੜਾ ਐਕਸਪੀਰੀਅੰਸ ਸੀ ਉਹ ਕਿਵੇਂ ਪਰਮੇਸ਼ਰ ਦੇ ਵਿੱਚ ਆਏ, ਕਿ ਪਰਮੇਸ਼ਰ ਦੇ ਵਿੱਚ ਕਿਹੜਾ ਐਸਾ ਕੰਮ ਸੀ ਜਿਹੜਾ ਉਹਨਾਂ ਨੂੰ ਪਰਮੇਸ਼ਰ ਦੇ ਵਿੱਚ ਲੈ ਕੇ ਆਇਆ। ਹਾਂ, ਪਰਮੇਸ਼ਰ ਦੇ ਆਉਣ 'ਚ ਸਾਡਾ ਇਹ ਮਕਸਦ ਸੀ ਕਿ ਅਸੀਂ ਪਹਿਲਾਂ ਬਿਮਾਰੀਆਂ ਦੇ ਨਾਲ ਬੜਾ ਜੂਝੇ ਹੋਏ ਸੀਗੇ ਕਿ ਉਹ ਸਾਨੂੰ ਕਿਤੇ ਵੀ ਆਰਾਮ ਨਹੀਂ ਮਿਲਦਾ ਸੀ। ਕਿ ਸੱਚਾ ਤੇ ਜਿੰਦਾ ਪਰਮੇਸ਼ਰ ਹੈ, ਕਿ ਇਹਨੂੰ ਜਾਣ ਕੇ ਤੁਸੀਂ ਜਾਣ ਸਕਦੇ ਹੋ ਕਿ ਅਸੀਂ ਅੱਜ ਵੀ ਜ਼ਿੰਦਾ ਹਾਂ। ਪ੍ਰਭੂ ਜ਼ਿੰਦਾ ਹੈ। ਜਦੋਂ ਪਰਮੇਸ਼ਰ ਯਿਸੂ ਮਸੀਹ ਧਰਤੀ 'ਤੇ ਆਏ ਸੀ ਉਦੋਂ ਵੀ ਅੰਨੇ ਠੀਕ ਹੁੰਦੇ ਸੀ, ਕੋੜੀ ਠੀਕ ਹੁੰਦੇ ਸੀ, ਅਧਰੰਗੀ ਠੀਕ ਹੁੰਦੇ ਸੀ। ਅੱਜ ਵੀ ਸਾਨੂੰ ਪਰਮੇਸ਼ਰ ਨੇ ਅੰਨਿਆਂ ਦੀ ਸਾਡੀ ਅੱਖਾਂ ਨੂੰ ਖੋਲ੍ਹਿਆ ਹੈ। ਸਾਨੂੰ ਪਰਮੇਸ਼ਰ ਨੇ ਠੀਕ ਕੀਤਾ ਹੈ। ਅਸੀਂ ਵਹਿਮਾਂ ਭਰਮਾਂ ਤੋਂ ਦੂਰ ਨਿਕਲ ਕੇ ਅਸੀਂ ਪਰਮੇਸ਼ਰ ਦੇ ਹਜ਼ੂਰੀ ਵਿੱਚ ਆ ਕੇ ਆਪਣੇ ਆਪ ਨੂੰ ਆਨੰਦਿਤ ਮਹਿਸੂਸ ਕਰਦੇ ਹਾਂ, ਕਿਉਂਕਿ ਉਹਦੀ ਹਜ਼ੂਰੀ ਹਰ ਜਗ੍ਹਾ 'ਤੇ ਮਹਿਸੂਸ ਹੁੰਦੀ ਹੈ ਜਿੱਥੇ ਉਹਦੇ ਬੱਚੇ ਆਰਾਧਨਾ ਕਰਦੇ ਆ। ਅਤੇ ਸਾਨੂੰ ਉਹਨੂੰ ਇਸ ਯੋਗ ਬਣਾਇਆ ਕਿ ਅਸੀਂ ਉਹਦੀ ਆਰਾਧਨਾ ਕਰ ਸਕੀਏ। ਸਾਡੀ ਅੱਖਾਂ ਨੂੰ ਖੋਲ੍ਹੀਆਂ, ਸਾਨੂੰ ਅੰਨਿਆਂ ਨੂੰ ਉਹਨੂੰ ਖੋਲ੍ਹ ਦਿੱਤਾ ਹੈ, ਸਾਡੀ ਅੱਖਾਂ ਨੂੰ ਖੋਲ੍ਹ ਦਿੱਤਾ, ਸਾਨੂੰ ਚੰਗਿਆਂ ਕੀਤਾ ਹੈ। ਸਭ ਕੁਛ ਪਰਮੇਸ਼ਰ ਦੇ ਹਜ਼ੂਰੀ ਵਿੱਚ ਆ ਕੇ ਅਸੀਂ ਬਹੁਤ ਜ਼ਿਆਦਾ ਬਲੈਸਿੰਗ ਹੋਏ ਆ। ਮੇਰੇ ਬੱਚੇ ਬਲੈਸ ਹੋਏ ਆ, ਮੇਰੇ ਪਰਿਵਾਰ ਨੂੰ ਉਹਨੇ ਬਲੈਸ ਕੀਤਾ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਕੋਈ ਐਸੀ ਗੱਲ ਮੈਡਮ ਕਿ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਕੀਤੀ ਹੋਵੇ ਔਰ ਤੁਹਾਨੂੰ ਉਹ ਯਾਦ ਹੋਵੇ ਕਿ ਮੇਰੀ ਲਾਈਫ ਦੇ ਵਿੱਚ ਇਹ ਕੰਮ ਇੱਕ ਅਜੀਬ ਔਰ ਅਚੰਭਾ ਕੰਮ ਹੈ ਕਿ ਜਿਹੜਾ ਮੇਰੀ ਲਾਈਫ 'ਚ ਪਰਮੇਸ਼ਰ ਨੇ ਕੀਤਾ। ਆਉਣ ਤੋਂ ਬਾਅਦ ਪਰਮੇਸ਼ਰ ਦੇ ਵਿੱਚ ਜਦੋਂ ਤੁਸੀਂ ਆ ਚੁੱਕੇ ਸੀ, ਕਿਹੜਾ ਐਸਾ ਕੰਮ ਸੀ ਜਿਹੜਾ ਅੱਜ ਵੀ ਤੁਹਾਨੂੰ ਯਾਦ ਹੈ? ਜਦੋਂ ਅਸੀਂ ਪਰਮੇਸ਼ਰ 'ਚ ਆਏ ਸੀ ਉਦੋਂ ਮੇਰੇ ਹਸਬੈਂਡ ਬਹੁਤ ਜ਼ਿਆਦਾ ਬਿਮਾਰ ਸੀ। ਉਹਨਾਂ ਦੀ ਬਿਮਾਰੀ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਸੀ ਕਿ ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਸੀ। ਅਸੀਂ ਸੋਚਿਆ ਸੀ ਪਤਾ ਨਹੀਂ ਕੀ ਹੋਣਾ, ਲੇਕਿਨ ਪਰਮੇਸ਼ਰ ਨੇ ਸਾਨੂੰ ਉਸ ਸਮੇਂ ਚੁਣਿਆ ਜਦੋਂ ਅਸੀਂ ਇੱਕ ਕਿਨਾਰੇ 'ਤੇ ਖੜ੍ਹੇ ਸੀ। ਅਸੀਂ ਸੋਚ ਨਹੀਂ ਸੀ ਸਕਦੇ ਵੀ ਅਸੀਂ ਕਿੱਧਰ ਨੂੰ ਜਾਵਾਂਗੇ, ਲੇਕਿਨ ਪਰਮੇਸ਼ਰ ਨੇ ਸਾਨੂੰ ਚੁਣ ਲਿਆ। ਠੀਕ, ਉਹਨਾਂ ਤੋਂ ਬਾਅਦ ਉਹਨਾਂ ਦੀ 8 ਮਹੀਨੇ ਬਾਅਦ ਉਹਨਾਂ ਦੀ ਡੈਥ ਹੋ ਗਈ। ਲੋਕ ਸਾਨੂੰ ਬਹੁਤ ਗੱਲਾਂ ਕਰਦੇ ਸੀਗੇ, ਰਿਸ਼ਤੇਦਾਰ ਸਾਨੂੰ ਛੱਡ ਗਏ ਸੀ, ਲੇਕਿਨ ਅਸੀਂ ਪ੍ਰਭੂ ਦਾ ਪੱਲਾ ਨਹੀਂ ਛੱਡਿਆ। ਅਸੀਂ ਪ੍ਰਭੂ ਨੇ ਸਾਨੂੰ ਇੰਨਾ ਬਲੈਸ ਕੀਤਾ, ਇੰਨਾ ਬਲੈਸ ਕੀਤਾ ਕਿ ਅੱਜ ਵੀ ਉਹ ਸਾਨੂੰ ਬਲੈਸ ਕਰ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਜਿਵੇਂ ਕਿ ਤੁਸੀਂ ਜਾਣਿਆ ਅਸੀਂ ਮੈਡਮ ਕੋਲੋਂ ਕਿ ਉਹਨਾਂ ਦੀ ਲਾਈਫ ਦਾ ਜਿਹੜਾ ਐਕਸਪੀਰੀਅੰਸ ਸੀ, ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਹਸਬੈਂਡ ਜਿਹੜੇ ਬਿਮਾਰ ਹੋ ਚੁੱਕੇ ਸੀ ਔਰ ਉਹਨਾਂ ਦੀ ਬਿਮਾਰੀ ਦੇ ਕਾਰਨ ਕੀ ਹੈ, ਸਾਡੀ ਲਾਈਫ ਦੇ ਵਿੱਚ ਕੁਝ ਐਵੇਂ ਦੇ ਪੜਾਅ ਆ ਜਾਂਦੇ ਨੇ ਕਿ ਜਦੋਂ ਕੁਝ ਬਿਮਾਰੀਆਂ ਜਿਹੜੀਆਂ ਵਾ ਉਹ ਸਾਡੇ ਲਈ ਬਰਕਤ ਦਾ ਕਾਰਨ ਹੁੰਦੀਆਂ। ਜਿਵੇਂ ਕਿ ਇਹਨਾਂ ਦੀ ਲਾਈਫ ਦੇ ਵਿੱਚ ਇਹਨਾਂ ਦੇ ਹਸਬੈਂਡ ਨੂੰ ਕੋਈ ਪ੍ਰੋਬਲਮ, ਕੋਈ ਮੁਸ਼ਕਿਲ ਆਈ ਜਿਹਦੇ ਕਰਕੇ ਪਰਮੇਸ਼ਰ ਦੇ ਵਿੱਚ ਆਏ। ਔਰ ਇਸੇ ਤਰ੍ਹਾਂ ਸਾਡੀ ਲਾਈਫ ਦੇ ਵਿੱਚ ਹੋਰ ਵੀ ਬਹੁਤ ਸਾਰੇ ਤੁਹਾਡੇ ਔਰ ਸਾਡੇ ਜੀਵਨ ਦੇ ਵਿੱਚ ਟੈਸਟਮਨੀਆਂ ਆਉਣਗੀਆਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਹਨ। ਔਰ ਅੱਜ ਸਾਡੇ ਵਿਚਕਾਰ ਉਹਨਾਂ ਦੇ ਆਂਟੀ ਜੀ ਦੇ ਬੇਟੇ ਵੀ ਨੇ। ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਔਰ ਉਹਨਾਂ ਦੀ ਲਾਈਫ ਦੇ ਬਾਰੇ, ਉਹਨਾਂ ਦਾ ਐਕਸਪੀਰੀਅੰਸ ਜਾਣਾਂਗੇ ਔਰ ਅਸੀਂ ਉਹਨਾਂ ਨੂੰ ਕਹਾਂਗੇ ਕਿ ਉਹ ਆਪਣੇ ਲਾਈਫ ਦਾ ਐਕਸਪੀਰੀਅੰਸ ਵੀ ਦੱਸਣ ਔਰ ਸਭ ਤੋਂ ਪਹਿਲਾਂ ਉਹ ਆਪਣਾ ਇੰਟਰੋਡਿਊਸ ਦੇਣ। ਸਭ ਨੂੰ ਜੈ ਮਸੀਹ ਜੀ। ਮੇਰਾ ਨਾਮ ਅੰਗਦ ਹੀਰਾ ਆ। ਬਾਈ ਪ੍ਰੋਫੈਸ਼ਨ ਮੈਂ ਇੱਕ ਵਕੀਲ ਹਾਂ।
ਮੈਨੂੰ ਪਰਮੇਸ਼ਵਰ 'ਚ ਮੇਰੀ ਐਂਟਰੀ ਹੋਈ 2010 'ਚ, ਜਦ ਸਾਡੇ ਘਰ ਰੱਬ ਦੇ ਦਾਸ ਪਾਸਟਰ ਕਵਲਜੀਤ ਸੇਖੋਂ ਆਏ। ਮੇਰੇ ਫਾਦਰ ਉਹਨਾਂ ਦਿਨਾਂ 'ਚ ਬਹੁਤ ਬਿਮਾਰ ਚੱਲ ਰਹੇ ਸੀਗੇ। ਉਹਨਾਂ ਨੇ ਆ ਕੇ ਜਦ ਗੱਲ ਕੀਤੀ ਕਿ ਤੁਸੀਂ ਸਾਰੇ ਪਾਸੇ ਹੱਥ ਪੈਰ ਮਾਰੇ ਨੇ, ਇੱਕ ਵਾਰੀ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੀ ਦੁਆ ਕਰਾ ਕੇ ਦੇਖੋ ਸਾਡੇ ਕੋਲੋਂ। ਉਹਨਾਂ ਨੇ ਸਾਨੂੰ ਕਿਹਾ ਕਿ ਉਹ ਜਾਣਦੇ ਨੇ ਕਿਸੇ ਨੂੰ, ਉਹ ਕਿਸੇ ਨੂੰ ਲੈ ਕੇ ਆਉਣਗੇ ਘਰ, ਉਹ ਦੁਆ ਕਰਵਾਓ ਤੁਸੀਂ ਅਤੇ ਤੁਹਾਨੂੰ ਜ਼ਰੂਰ ਪਰਮੇਸ਼ਵਰ ਆਰਾਮ ਦੇਗਾ। ਅਤੇ ਉਹਨਾਂ ਦਿਨਾਂ 'ਚ ਉਸ ਤੋਂ 2 ਕੁ ਦਿਨ ਬਾਅਦ ਹੀ ਉਹ ਘਣੀਏ ਕੇ ਬਾਂਗਰ ਤੋਂ ਪਾਸਟਰ ਸਲਾਮਤ ਮਸੀਹ ਉਹਨਾਂ ਨੂੰ ਘਰ ਲੈ ਕੇ ਆਏ। ਉਹ ਜਦ ਉਹਨਾਂ ਨੇ ਆ ਕੇ ਮੇਰੇ ਫਾਦਰ ਸਾਹਿਬ 'ਤੇ ਦੁਆ ਕੀਤੀ ਤੇ ਉਸ ਦਿਨ ਦਾ ਅਸੀਂ ਦੇਖ ਰਹੇ ਸੀ ਕਿ ਉਹ ਬੰਦਾ ਜਿਹੜਾ 2-3 ਮਹੀਨੇ ਤੋਂ ਬੈੱਡ ਦੇ ਉੱਤੇ ਪਿਆ ਸੀਗਾ, ਉਸੇ ਦਿਨ ਜਦ ਦੁਆ ਹੋਈ ਤਾਂ ਉਹ ਮੇਰੇ ਫਾਦਰ ਉਸੇ ਦਿਨ ਉੱਠ ਕੇ ਬੈੱਡ ਤੋਂ ਉੱਠ ਕੇ ਉਹਨਾਂ ਨੂੰ ਬਾਹਰ ਤੱਕ ਛੱਡਣ ਆਏ ਸੀਗੇ, ਜਿੱਥੋਂ ਸਾਡਾ ਵਿਸ਼ਵਾਸ ਬਣਨਾ ਸ਼ੁਰੂ ਹੋ ਗਿਆ। ਉਸ ਦਿਨ ਉਹ ਸਾਨੂੰ ਕਹਿ ਕੇ ਗਏ ਕਿ ਬਈ ਅੱਜ ਤੋਂ ਬਾਅਦ ਪਰਮੇਸ਼ਵਰ ਜਿਹੜਾ ਆ ਤੁਹਾਡੇ 'ਤੇ ਦਇਆ ਕਰੇਗਾ, ਤੁਸੀਂ ਜਿਹੜਾ ਆ ਬਾਕੀ ਆਪਣਾ ਜਿਹੜਾ ਪਿਛਲਾ ਜਿਹੜੇ ਤੁਸੀਂ ਪਾਠ ਪੂਜਾ ਕਰਦੇ ਹੋ ਉਸ ਨੂੰ ਤੁਹਾਨੂੰ ਛੱਡਣਾ ਪਏਗਾ, ਕਿਉਂਕਿ ਪਰਮੇਸ਼ਵਰ ਕਹਿੰਦਾ ਕਿ ਤੁਸੀਂ ਇੱਕ ਪਾਸੇ ਹੋ ਜਾਓ। ਪਰਮੇਸ਼ਵਰ ਨੇ ਸਾਡੇ 'ਤੇ ਕਿਰਪਾ ਹਮੇਸ਼ਾ ਬਣਾਈ ਰੱਖੀ। ਚਾਹੇ 8 ਮਹੀਨੇ ਬਾਅਦ ਮੇਰੇ ਫਾਦਰ ਸਾਹਿਬ ਇਸ ਦੁਨੀਆ ਤੋਂ ਚਲੇ ਗਏ, ਠੀਕ ਹੈ। ਉਹਨਾਂ ਦਿਨਾਂ 'ਚ ਬਹੁਤ ਲੋਕਾਂ ਨੇ ਗੱਲਾਂ ਕੀਤੀਆਂ ਕਿ ਜੀ ਤੁਸੀਂ ਬੜਾ ਉਦੋਂ ਯੀਸ਼ੂ ਕਰਦੇ ਸੀਗੇ, ਪਰ ਤੁਹਾਡੇ ਪਿਓ ਨੂੰ ਤਾਂ ਲੈ ਗਿਆ ਅਤੇ ਤੁਸੀਂ ਹੁਣ ਛੱਡ ਦਿਓ। ਪਰ ਅਸੀਂ ਆਪਣਾ ਮਨ ਜਿਹੜਾ ਹੈ ਦ੍ਰਿੜ ਰੱਖਿਆ ਸੀਗਾ, ਜਿਸ ਦਾ ਅੱਜ ਤੱਕ ਅਸੀਂ ਫਾਇਦਾ ਲੈ ਰਹੇ ਹਾਂ। ਪਰਮੇਸ਼ਵਰ ਸਾਡੇ ਉੱਤੇ ਦਇਆ ਕਰ ਰਿਹਾ ਆ। ਸਾਡੇ ਵਿਚਕਾਰ ਉਹਨਾਂ ਦੇ ਮਿਸਿਜ ਵੀ ਨੇ ਅੰਗਦ ਹੀਰਾ ਜੀ ਦੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦੇ ਜੀਵਨ ਦਾ ਜੋ ਐਕਸਪੀਰੀਅੰਸ ਹੈ ਉਹ ਕਿਵੇਂ ਦਾ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਮਨਜਿੰਦਰ ਹੀਰਾ ਹੈ। ਮੈਂ ਕੈਥੋਲਿਕ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ। ਮੇਰੀ ਲਾਈਫ 'ਚ ਪ੍ਰਭੂ ਨੇ ਬਹੁਤ ਸਾਰੇ ਮਿਰੇਕਲਸ ਕੀਤੇ ਨੇ। ਸਭ ਤੋਂ ਪਹਿਲਾਂ ਮੈਂ ਦੱਸਦੀ ਹਾਂ 2011 ਜਦੋਂ ਮੈਂ 11th ਵਿੱਚ ਸੀ, ਮੇਰੇ ਹੱਥ 'ਤੇ ਬਹੁਤ ਸਾਰੇ ਸੁੱਕੇ ਮੌਕੇ ਹੋਏ ਸੀ। 4-5 ਸਾਲ ਹੋ ਗਏ, ਮੈਂ ਮੈਡੀਸਨ ਵੀ ਖਾਧੀ, ਬਹੁਤ ਇਲਾਜ ਕਰਾਇਆ, ਪਰ ਮੇਰਾ ਠੀਕ ਨਹੀਂ ਹੋਇਆ। ਅਤੇ ਇੱਕ ਦਿਨ ਮੈਂ ਬੜਾ ਰੋਈ ਤਾਂ ਮੈਂ ਸੋਚਿਆ ਕਿ ਮੈਂ ਹੁਣ ਫਾਸਟ ਵੀ ਬਹੁਤ ਰੱਖ ਲਏ, ਮੈਂ ਠੀਕ ਨਹੀਂ ਹੋ ਰਹੀ। ਫਿਰ ਪ੍ਰਭੂ ਨੇ ਮੈਨੂੰ ਸੁਪਨੇ ਵਿੱਚ ਕਿਹਾ ਕਿ ਤੂੰ ਦਿਲ ਤੋਂ ਪ੍ਰਾਰਥਨਾ ਕਰ। ਮੈਂ 3 ਦਿਨ ਲਗਾਤਾਰ ਰੋਜ਼ੇ ਰੱਖੇ। ਉਸ ਤੋਂ ਬਾਅਦ ਮੈਂ ਰੋ ਕੇ ਪ੍ਰਾਰਥਨਾ ਕੀਤੀ ਅਤੇ ਫਿਰ ਮੇਰਾ ਉਹ ਪ੍ਰਭੂ ਨੇ ਚੰਗਾਈ ਦਿੱਤੀ ਮੇਰੀ ਜ਼ਿੰਦਗੀ 'ਚ। ਮੈਂ ਪ੍ਰਭੂ ਨੂੰ ਬਹੁਤ ਧੰਨਵਾਦ ਕਰਦੀ ਹਾਂ। ਮੇਰੀ ਜ਼ਿੰਦਗੀ 'ਚ ਆਏ ਮੇਰੇ ਪ੍ਰਭੂ ਪਰਮੇਸ਼ਵਰ, ਉਹ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ ਹੈ। ਹੁਣ ਮੈਂ ਆਪਣੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੀ ਤੁਹਾਡੀ ਪੁਰਾਣੀ ਲਾਈਫ ਸੀ ਉਹਦੇ ਵਿੱਚ ਕੁਝ ਐਵੇਂ ਦਾ ਕੋਈ ਐਕਸਪੀਰੀਅੰਸ ਜਿਹੜਾ ਅੱਜ ਤੱਕ ਤੁਹਾਨੂੰ ਯਾਦ ਹੋਵੇ, ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਮੈਰਿਡ ਲਾਈਫ ਨਹੀਂ, ਮੈਰਿਡ ਲਾਈਫ ਤੋਂ ਪਹਿਲਾਂ ਜਿਹੜਾ ਮਸੀਹ ਦਾ ਕੋਈ ਐਵੇਂ ਦਾ ਕੋਈ ਤਾਂ ਵਚਨ ਪਰਮੇਸ਼ਰ ਨੇ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਅੱਜ ਵੀ ਤੁਹਾਨੂੰ ਯਾਦ ਹੋਵੇ, ਉਹ ਜਿਹੜਾ ਤੁਹਾਡੀ ਲਾਈਫ ਦੇ ਵਿੱਚ ਅੱਜ ਵੀ ਕੰਮ ਕਰ ਰਿਹਾ ਹੋਵੇ। ਵਚਨ ਪ੍ਰਭੂ ਦਾ ਕਹਿੰਦੇ ਆ ਕਿ ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ, ਕਿਉਂਕਿ ਪ੍ਰਭੂ ਦਾ ਜੋ ਵਚਨ ਹੈ ਉਹੀ ਸਾਨੂੰ ਰਾਹ ਸਿਖਾਉਂਦਾ, ਉਹੀ ਜੀਵਨ ਹੈ ਅਤੇ ਉਹੀ ਸੱਚਾਈ ਹੈ। ਹਾਂਜੀ, ਆਪਣੀ ਮੈਰਿਡ ਲਾਈਫ ਬਾਰੇ ਸਾਨੂੰ ਕੁਝ ਦੱਸੋ ਕਿ ਪਰਮੇਸ਼ਰ ਜਦੋਂ ਤੁਸੀਂ ਮੈਰਿਡ ਲਾਈਫ ਦੇ ਵਿੱਚ ਆਏ ਉਹਦਾ ਐਕਸਪੀਰੀਅੰਸ ਤੁਹਾਡੀ ਲਾਈਫ ਦੇ ਵਿੱਚ ਕਿਵੇਂ ਦਾ ਰਿਹਾ? ਹਾਂਜੀ, ਮੈਂ ਦੱਸਣਾ ਚਾਹਾਂਗੀ ਕਿ ਮੈਨੂੰ ਪ੍ਰਭੂ ਨੇ ਅਜਿਹਾ ਲਾਈਫ ਪਾਰਟਨਰ ਦਿੱਤਾ ਜੋ ਪ੍ਰਭੂ ਵਿੱਚ ਬਹੁਤ ਜ਼ਿਆਦਾ ਬਿਲੀਵ ਕਰਦੇ ਨੇ। ਮੈਂ ਉਹਨਾਂ ਦੇ ਮਤਲਬ ਪਹਿਲਾਂ ਨਹੀਂ ਸੀ ਸੋਚਦੀ ਕਿ ਉਹ ਇੰਨਾ ਜ਼ਿਆਦਾ ਪ੍ਰਭੂ ਵਿੱਚ ਵੱਧ ਚੁੱਕੇ ਨੇ, ਪਰ ਜਦੋਂ ਮੈਂ ਅਨਮੈਰਿਡ ਸੀ ਮੈਂ ਪ੍ਰੇਅਰ ਕਰਦੀ ਸੀ, ਰੋਜ਼ੇ ਵੀ ਰੱਖਦੀ ਸੀ। ਪਰ ਹੁਣ ਜਦੋਂ ਦੀ ਮੇਰੀ ਮੈਰਿਜ ਹੋਈ ਹੈ, ਮੈਂ ਹੁਣ ਟਾਈਮ ਜ਼ਿਆਦਾ ਲਾ ਕੇ ਪ੍ਰੇਅਰ ਕਰਦੀ ਹਾਂ। ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਕਿ ਪ੍ਰਭੂ ਨੇ ਮੈਨੂੰ ਆਪਣੇ ਚਾਨਣ ਦੇ ਨਾਲ ਭਰ ਦਿੱਤਾ ਹੈ। ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਫਿਰ ਤੋਂ ਸਾਡੇ ਵਿੱਚ ਅੰਗਦ ਹੀਰਾ ਜੀ ਨੇ, ਅਸੀਂ ਫਿਰ ਤੋਂ ਉਹਨਾਂ ਵੱਲ ਜਾਵਾਂਗੇ ਔਰ ਉਹਨਾਂ ਦੀ ਲਾਈਫ ਦਾ ਕੁਝ ਐਸਾ ਐਕਸਪੀਰੀਅੰਸ ਜਾਣਾਂਗੇ ਕਿ ਜਿਹੜਾ ਅੱਜ ਦੇ ਦਿਨ ਤੱਕ ਵੀ ਉਹਨਾਂ ਨੂੰ ਯਾਦ ਹੋਵੇ ਔਰ ਪਰਮੇਸ਼ਰ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਕੰਮ ਕੀਤਾ ਹੋਵੇ ਜਿਹੜਾ ਉਹ ਅੱਜ ਦੇ ਦਿਨ ਤੱਕ ਭੁੱਲੇ ਨਾ ਹੋਣ। ਆਓ ਅਸੀਂ ਉਹਨਾਂ ਨੂੰ ਜਾਣਾਂਗੇ। ਇੱਕ ਵਾਰੀ ਫਿਰ ਤੋਂ ਜੈ ਮਸੀਹ ਜੀ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਕਸਪੀਰੀਅੰਸ ਜਿਹੜਾ ਆ ਉਹ ਇਹ ਸੀਗਾ ਕਿ 2012 'ਚ
ਮੈਂ ਜਲੰਧਰ ਪੜ੍ਹਦਾ ਹੁੰਦਾ ਸੀਗਾ, ਲਾਅ ਕਰ ਰਿਹਾ ਸੀਗਾ ਆਪਣੇ ਕਾਲਜ। ਮੇਰਾ ਪੇਪਰ ਸੀਗਾ ਉਸ ਦਿਨ, ਤੇ ਮੈਂ ਪੇਪਰ ਦੇ ਕੇ ਅੰਮ੍ਰਿਤਸਰ ਵਾਪਸ ਆ ਰਿਹਾ ਸੀਗਾ ਆਪਣੀ ਗੱਡੀ ਤੇ ਉਹ ਜਿਹੜਾ ਦਿਨ ਸੀਗਾ ਉਹ ਜਿਹੜਾ ਇਨਸੀਡੈਂਟ ਹੋਇਆ ਉਹਨੇ ਮੇਰੀ ਜ਼ਿੰਦਗੀ ਨੂੰ ਬਿਲਕੁਲ ਹੀ ਪਰਮੇਸ਼ਵਰ 'ਚ ਬਦਲ ਦਿੱਤਾ। ਉਸ ਇਨਸੀਡੈਂਟ ਨੇ ਮੈਨੂੰ ਇਹ ਵਿਸ਼ਵਾਸ ਦਿਵਾਤਾ ਕਿ ਪਰਮੇਸ਼ਵਰ ਹੈ ਜਿਹੜਾ ਤੁਹਾਨੂੰ ਹਮੇਸ਼ਾ ਸੰਭਾਲ ਕੇ ਰੱਖਦਾ ਹੈ। ਜੇ ਤੁਸੀਂ ਪਰਮੇਸ਼ਵਰ ਦੇ ਨਾਮ 'ਚ ਉਹਦਾ ਨਾਮ ਲੈ ਕੇ ਕਿਤੇ ਚੱਲਦੇ ਹੋ ਤੇ ਪਰਮੇਸ਼ਵਰ ਤੁਹਾਨੂੰ ਰਸਤੇ 'ਚ ਕੁਝ ਨਹੀਂ ਹੋਣ ਦਿੰਦਾ। ਮੈਂ ਜਦ ਜਲੰਧਰ ਤੋਂ ਚੱਲਿਆ ਤਾਂ ਸੁਭਾਨਪੁਰ ਲਾਗੇ ਉਹਨਾਂ ਦਿਨਾਂ 'ਚ ਨਵਾਂ ਜਿਹੜਾ ਸੜਕ ਆ ਜਲੰਧਰ ਅੰਮ੍ਰਿਤਸਰ ਹਾਈਵੇ ਉਹ ਬਣ ਰਿਹਾ ਸੀਗਾ, ਤੇ ਦੋਨੋਂ ਪਾਸਿਓਂ ਬਹੁਤ ਰਸ਼ ਸੀਗਾ, ਤੇ ਇਧਰੋਂ ਇੱਕ ਟਰੱਕ ਬਹੁਤ ਤੇਜ਼ ਜਾ ਰਿਹਾ ਸੀਗਾ, ਉਧਰੋਂ ਵੀ ਫੌਜੀਆਂ ਦਾ ਇੱਕ ਟਰੱਕ ਆ ਰਿਹਾ ਸੀਗਾ। ਤੇ ਮੈਂ ਅੰਧੇਰੇ ਦਾ ਟਾਈਮ ਸੀਗਾ ਤੇ ਮੈਂ ਆਪਣੇ ਹਿਸਾਬ ਨਾਲ ਗੱਡੀ ਇੱਦਾਂ ਟਰੱਕ ਨੂੰ ਓਵਰਟੇਕ ਕਰਕੇ ਦੋਨਾਂ ਟਰੱਕਾਂ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਜਦ ਮੈਂ ਗੱਡੀ ਮੋੜੀ ਉਹਦੇ ਟਰੱਕ ਦੇ ਅੱਗੋਂ ਇੰਨਾ ਡਿਫਰੈਂਸ ਸੀਗਾ, ਸਿਰਫ ਇੰਨਾ ਡਿਫਰੈਂਸ ਸੀਗਾ, ਤੇ ਮੈਨੂੰ ਸੀਗਾ ਕਿ ਹੁਣ ਮੈਂ ਦੋਨਾਂ ਟਰੱਕਾਂ ਦੇ ਵਿੱਚ ਫਸ ਗਿਆ। ਬਸ ਹੁਣ ਇੱਕ ਟਰੱਕ ਨੇ ਇੱਧਰੋਂ ਵੱਜਣਾ ਤੇ ਦੂਜੇ ਨੇ ਇੱਧਰੋਂ ਵੱਜਣਾ, ਤੇ ਅੱਜ ਮੇਰਾ ਬਸ ਅਖੀਰਲਾ ਦਿਨ ਆ, ਇਸ ਤੋਂ ਬਾਅਦ ਨਹੀਂ ਮੈਂ ਹੁਣ ਪਰ ਉੱਥੇ ਮੈਂ ਦੇਖ ਰਿਹਾ ਕਿ ਪਰਮੇਸ਼ਵਰ ਨੇ ਬਚਾਇਆ। ਪਰਮੇਸ਼ਵਰ ਆਪਣੇ ਬੱਚਿਆਂ ਨੂੰ ਕਿੱਦਾਂ ਬਚਾਉਂਦਾ ਆ। ਮੈਂ ਮਤਲਬ ਜਿਹੜੇ ਲੋਕ ਸੀਗੇ, ਜਦ ਮੈਂ ਗੱਡੀ ਮੋੜ ਕੇ ਨਿਕਲਿਆ ਤੇ ਲੋਕਾਂ ਨੇ ਵੀ ਇਹੀ ਸੋਚਿਆ ਸੀਗਾ ਕਿ ਇਹ ਗੱਡੀ ਅੱਜ ਉੱਡ ਗਈ, ਇਹ ਨਹੀਂ ਅੱਜ ਬਚਦੇ, ਪਰ ਪਰਮੇਸ਼ਵਰ ਨੇ ਕੁਛ ਨਹੀਂ ਹੋਣ ਦਿੱਤਾ। ਪਰਮੇਸ਼ਵਰ ਨੇ ਮੇਰੇ ਅੱਖੀ ਦੇਖਿਆ, ਪਰਮੇਸ਼ਵਰ ਨੇ ਉਹਨਾਂ ਦੋਨਾਂ ਟਰੱਕਾਂ ਦੇ ਟਾਇਰ ਹੀ ਜਾਮ ਕਰ ਦਿੱਤੇ ਉੱਥੇ। ਉਹ ਇੱਕ ਸਮਾਂ ਸੀਗਾ ਜਦ ਪਰਮੇਸ਼ਵਰ ਨੇ ਮੈਨੂੰ ਇਹ ਵਿਸ਼ਵਾਸ ਦਵਾਇਆ ਸੀਗਾ ਕਿ ਜੇ ਤੂੰ ਮੇਰਾ ਨਾਮ ਲੈ ਕੇ ਘਰੋਂ ਨਿਕਲ ਗਿਆ ਨਾ, ਤੈਨੂੰ ਕੁਛ ਨਹੀਂ ਹੋ ਸਕਦਾ। ਉਹ ਇਦਾਂ ਦਾ ਇਨਸੀਡੈਂਟ ਸੀਗਾ ਕਿ ਮੈਂ ਤੁਹਾਨੂੰ ਅੱਖੀ ਮੈਂ ਆਪ ਦੇਖਿਆ। ਮੈਂ ਸੋਚਿਆ ਸੀਗਾ ਕਿ ਬਸ ਅੱਜ ਖਤਮ ਆ, ਕਿਉਂਕਿ ਮੈਂ ਗਲਤੀ ਤਾਂ ਕਰ ਲਈ ਓਵਰਟੇਕ ਕਰਨ ਦੀ। ਟਰੱਕ ਇੱਧਰੋਂ ਇੱਕ ਟਰੱਕ ਟਰਾਲਾ, ਵੱਡਾ ਟਰਾਲਾ ਇੱਧਰੋਂ ਆਇਆ, ਇੱਕ ਸਾਹਮਣੇੋਂ ਆ ਰਿਹਾ ਆ, ਤੇ ਉਹਦੇ ਵਿੱਚੋਂ ਗੱਡੀ ਕੱਢ ਰਿਹਾ। ਤੂੰ ਨਹੀਂ ਅੱਜ ਬਚਦਾ, ਪਰ ਪਰਮੇਸ਼ਵਰ ਨੇ ਬਚਾਇਆ। ਮੈਂ ਜਦ ਪਾਰ ਕਰਕੇ ਗੱਡੀ ਰੋਕੀ ਤੇ ਲੋਕ ਮੈਨੂੰ ਪੁੱਛਦੇ ਸੀ ਕਿ ਭਾਈ ਤੂੰ ਬਚ ਕਿੱਦਾਂ ਗਿਆ, ਤੈਨੂੰ ਕਿੰਨੇ ਬਚਾ ਲਿਆ? ਜਿਸ ਹਿਸਾਬ ਨਾਲ ਤੂੰ ਗੱਡੀ ਕੱਢੀ ਸੀਗੀ, ਤੂੰ ਤਾਂ ਕਦੇ ਬਚ ਹੀ ਨਹੀਂ ਸਕਦਾ ਸੀਗਾ। ਸੋ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਬੇਤਰਕ ਜਾਨਾ ਕਿਤੇ, ਕਿਉਂਕਿ ਮੈਨੂੰ ਪਤਾ ਆ ਕਿ ਜਦ ਮੈਂ ਤੁਰ ਗਿਆ ਪਰਮੇਸ਼ਰ ਦਾ ਨਾਮ ਲੈ ਕੇ ਤਾਂ ਉਹਨੇ ਕੁਛ ਨਹੀਂ ਹੋਣ ਦੇਣਾ। ਮੈਂ ਕਿਤੇ ਵੀ ਜਾਣਾ, ਲੋਕ ਮੈਨੂੰ ਹਜੇ ਵੀ ਕਹਿਣਗੇ ਲੈ ਤੂੰ ਇੰਨਾ ਬੇਤਰਕ ਹੋ ਕੇ ਕਿਉਂ ਜਾਣ ਡਿਆ, ਕੁਛ ਵੀ ਹੋ ਸਕਦਾ। ਮੇਰਾ ਇੱਕੋ ਹੀ ਜਵਾਬ ਹੁੰਦਾ ਆ ਕਿ ਜਦ ਯਿਸੂ ਮਸੀਹ ਮੇਰੇ ਨਾਲ ਆ ਤੇ ਗੱਡੀ ਨੂੰ ਮੈਂ ਸਵਰਗ ਦੂਤਾਂ ਦੀ ਵਾੜ ਲਾਈ ਹੋਈ ਆ, ਤੇ ਇਹਦਾ ਕੁਛ ਵੀ ਹੋ ਨਹੀਂ ਸਕਦਾ, ਇਹਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਉਹ ਇੱਕ ਇਨਸੀਡੈਂਟ ਸੀਗਾ ਜਿਹਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਅਤੇ ਮੇਰਾ ਪਰਮੇਸ਼ਵਰ 'ਚ ਜਿਹੜਾ ਵਿਸ਼ਵਾਸ ਆ ਉਹ ਅਟਲ ਕਰ ਦਿੱਤਾ। ਹਾਲੇਲੂਇਆ। ਜਿਵੇਂ ਕਿ ਭਾਜੀ ਪਰਮੇਸ਼ਰ ਦੇ ਵਚਨ ਦੇ ਵਿੱਚ ਵੀ ਲਿਖਿਆ ਹੈ ਕਿ ਪਰਮੇਸ਼ਰ ਜਿਹੜਾ ਵਾ ਆਪਣਾ ਸੱਜਾ ਹੱਥ ਘੱਲ ਕੇ ਆਪਣੇ ਬੱਚਿਆਂ ਦੀ ਦੇਖਭਾਲ ਕਰਦਾ ਹੈ, ਉਹ ਸੰਭਾਲ ਕੇ ਰੱਖਦਾ ਹੈ। ਤੇ ਉਹਨੇ ਵਚਨ 'ਚ ਕਿਹਾ ਕਿ ਮੈਂ ਤੁਹਾਨੂੰ ਨਾ ਕਦੀ ਛੱਡਾਂਗਾ ਤੇ ਨਾ ਹੀ ਕਦੀ ਤਿਆਗਾਂਗਾ। ਤੁਸੀਂ ਸਾਨੂੰ ਬਹੁਤ ਹੀ ਸੋਹਣੀ ਗੱਲ ਦੱਸੀ, ਆਪਣੇ ਜੀਵਨ ਦਾ ਐਕਸਪੀਰੀਅੰਸ ਦੱਸਿਆ ਕਿ ਕਿਵੇਂ ਪਰਮੇਸ਼ਰ ਨੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖਿਆ, ਕਿਉਂਕਿ ਪਰਮੇਸ਼ਰ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਆ ਤੇ ਉਹ ਸਾਨੂੰ ਬਚਾ ਕੇ ਹਰ ਇੱਕ ਮੁਸ਼ਕਲ ਤੋਂ, ਹਰ ਪਰੇਸ਼ਾਨੀ ਤੋਂ ਬਚਾ ਕੇ ਰੱਖਦੇ ਆ। ਅਸੀਂ ਜਾਣਨਾ ਚਾਹਾਂਗੇ ਕਿ ਜਿਹੜਾ ਮਸੀਹ ਦੇ ਵਿੱਚ ਆਉਣਾ ਸੀ, ਉਹ ਤੁਹਾਡਾ ਜਿਹੜਾ ਜਦੋਂ ਤੁਸੀਂ ਪਰਮੇਸ਼ਰ ਦੇ ਵਿੱਚ ਆਏ, ਬਹੁਤ ਸਾਰੇ ਲੋਕ ਤੁਹਾਡੇ ਵਿਰੋਧੀ ਵੀ ਬਣੇ ਹੋਣਗੇ। ਉਹਦਾ ਸਾਨੂੰ ਤੁਸੀਂ ਦੱਸੋ ਕਿ ਜਦੋਂ ਅਸੀਂ ਨਵੇਂ ਮਸੀਹ ਦੇ ਵਿੱਚ ਆਉਂਦੇ ਹਾਂ ਤੇ ਪਰਮੇਸ਼ਰ ਦੇ ਵਿੱਚ ਜਿਹੜਾ ਨਵਾਂ ਜਦੋਂ ਅਸੀਂ ਆਉਂਦੇ ਹਾਂ ਤੇ ਉਹਦਾ ਐਕਸਪੀਰੀਅੰਸ ਜਿਹੜਾ ਉਹ ਵੀ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਜਦ ਅਸੀਂ ਨਵੇਂ ਮਸੀਹ ਦੇ ਵਿੱਚ ਆਏ ਸੀਗੇ ਨਾ, ਸਭ ਤੋਂ ਪਹਿਲਾਂ ਵਿਰੋਧ ਤਾਂ ਸਾਡੇ ਘਰ ਦੇ ਆਪਣੇ ਜਿਹੜੇ ਸਕੇ ਰਿਸ਼ਤੇਦਾਰ ਹੁੰਦੇ ਨੇ ਉਹੀ ਕਰਦੇ ਨੇ। ਜਦ 8 ਮਹੀਨੇ ਬਾਅਦ ਮੇਰੇ ਪਿਤਾ ਜੀ ਦੀ ਡੈਥ ਹੋ ਗਈ, ਉਸ ਤੋਂ ਬਾਅਦ 6 ਮਹੀਨੇ ਸਾਡੀਆਂ ਸਕੀਆਂ ਭੂਆ ਉਹ ਸਾਡੇ ਘਰ ਨਹੀਂ ਵੜੀਆਂ ਸੀਗੀਆਂ। ਉਹ ਕਹਿੰਦੀਆਂ ਸੀਗੀਆਂ ਕਿ ਤੁਸੀਂ ਹੁਣ ਮਸੀਹ ਨੂੰ ਮੰਨਦੇ ਹੋ ਤੇ ਅਸੀਂ ਤੁਹਾਡੇ ਘਰ ਨਹੀਂ ਆਣਾ। ਠੀਕ ਹੈ, ਉਹ ਕਹਿੰਦੀ ਸੀ ਕਿ ਜੇ ਸਾਡੇ ਨਾਲ ਮਿਲਣਾ ਵਰਤਣਾ ਆ ਤੇ ਤੁਹਾਨੂੰ ਮਸੀਹ ਨੂੰ ਛੱਡਣਾ ਪੈਣਾ ਆ। ਤੇ ਉੱਥੇ ਸਾਡਾ ਇੱਕੋ ਜਵਾਬ ਸੀ ਕਿ ਅਸੀਂ ਤੁਹਾਨੂੰ ਛੱਡ ਸਕਦੇ ਹਾਂ ਪਰ ਮਸੀਹ ਨੂੰ ਨਹੀਂ ਛੱਡ ਸਕਦੇ।
ਪਰ ਫਿਰ ਪਰਮੇਸ਼ਵਰ ਨੇ ਉਹਨਾਂ ਦੇ ਮਨਾਂ ਨੂੰ ਹਲੀਮ ਕੀਤਾ, ਉਹ ਆਉਣ ਲੱਗ ਪਈਆਂ। ਵਿਦ ਦਾ ਪੈਸੇਜ ਆਫ ਟਾਈਮ ਉਹ ਆਉਂਦੀਆਂ ਨੇ। ਹੁਣ ਚਲੋ ਸਵਾਗਤ ਹੈ ਉਹਨਾਂ ਦਾ ਇਸ ਘਰ 'ਚ, ਕਿਉਂਕਿ ਬਹੁਤ ਲੋਕ ਵਿਰੋਧ ਕਰਦੇ ਨੇ। ਜਦ ਲੋਕਡਾਊਨ ਸ਼ੁਰੂ ਹੋਇਆ ਤੇ ਮੈਂ ਚਰਚਾਂ ਬੰਦ ਹੋ ਗਈਆਂ, ਚਰਚ ਜਾ ਨਹੀਂ ਸਕਦੇ ਸੀ, ਤੇ ਮੈਂ ਸੋਚਿਆ ਕਿ ਚਲੋ ਘਰੋਂ ਪਰਮੇਸ਼ਵਰ ਦਾ ਜਿਹੜਾ ਵਚਨ ਹੈ ਉਹ ਲੋਕਾਂ ਤੱਕ ਪਹੁੰਚਾਇਆ ਜਾਵੇ। ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਦੇਖ ਰਿਹਾ ਕਿ ਮੇਰੇ ਕਰੀਬੀ ਮਿੱਤਰ ਜਿਹੜੇ ਨੇ ਨਾ, ਬਿਨਾਂ ਕਿਸੇ ਕਾਰਨ ਤੋਂ ਹੀ ਮਤਲਬ ਪਿੱਛੇ ਹਟ ਗਏ ਨੇ। ਮਤਲਬ ਜਿਹੜੇ ਮਿੱਤਰ ਤੁਹਾਡੇ ਬਹੁਤ ਕਰੀਬੀ ਸੀਗੇ, ਜਿਸ ਦਿਨ ਦਾ ਉਹਨਾਂ ਨੇ ਦੇਖਿਆ ਕਿ ਇਹ ਵਚਨ ਇਹਦਾ ਹੋ ਰਿਹਾ ਆਨਲਾਈਨ, ਇਹ ਵਚਨ ਕਰ ਰਿਹਾ ਪਰਮੇਸ਼ਵਰ ਦਾ, ਮਤਲਬ ਕਿ ਉਹ ਹੌਲੀ ਮਤਲਬ ਤੁਹਾਡੇ ਤੋਂ ਸਾਈਡ ਲੈਣੀ ਸ਼ੁਰੂ ਕਰ ਲੈਂਦੇ ਨੇ। ਇਹ ਨਹੀਂ ਕਿ ਤੁਹਾਡੇ ਨਾਲ ਕੋਈ ਵੈਰ ਪੈ ਜਾਂਦਾ ਉਹਨਾਂ ਦਾ, ਮਤਲਬ ਬੋਲਚਾਲ ਤੁਹਾਡੇ ਨਾਲ ਉਹ ਕੱਟ ਕਰ ਲੈਂਦੇ ਨੇ। ਇਹ ਸ਼ੈਤਾਨ ਉਹਨਾਂ ਨੂੰ ਤੁਹਾਡੇ ਨਾਲ ਬੋਲਣ ਹੀ ਨਹੀਂ ਦਿੰਦਾ। ਹਾਲੇਲੂਇਆ। ਕੋਈ ਜੀਵਨ ਦੇ ਵਿੱਚ ਕੋਈ ਐਸਾ ਕੰਮ ਜਿਹੜਾ ਪਰਮੇਸ਼ਵਰ ਨੇ ਕੀਤਾ ਹੋਵੇ, ਜਿਹੜਾ ਬਹੁਤ ਮੁਸ਼ਕਲ ਹੈ, ਪਰ ਕੋਈ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ, ਪਰ ਜਿਹੜਾ ਮਸੀਹ ਦੇ ਵਿੱਚ ਉਹਨਾਂ ਨੇ ਐਕਸਪੀਰੀਅੰਸ ਪਾਇਆ ਹੋਵੇ ਕਿ ਇਹ ਜਿਹੜਾ ਦਰਸ਼ਨ ਹੈ ਮੈਨੂੰ ਪਰਮੇਸ਼ਵਰ ਨੇ ਵਿਖਾਇਆ, ਮੇਰੇ ਲਈ ਵਿਖਾਇਆ, ਔਰ ਉਹ ਕੰਮ ਜਿਹੜਾ ਪੂਰਾ ਹੋ ਚੁੱਕਾ ਹੋਵੇ, ਅਸੀਂ ਜਾਣਾਂਗੇ। ਅੰਗਦ ਹੀਰਾ ਜੀ ਕੋ ਮੇਰੀ ਜ਼ਿੰਦਗੀ 'ਚ ਇਸ 25 ਦਸੰਬਰ ਨੂੰ ਅਸੀਂ ਇੱਥੋਂ ਆਪਣਾ ਵਚਨ ਕਰਕੇ ਪਾਸਟਰ MP ਸਿੰਘ ਉਹਨਾਂ ਦੀ ਚਰਚ ਲਈ ਨਿਕਲਣ ਲੱਗੇ, ਤੇ ਪਰਮੇਸ਼ਵਰ ਨੇ ਮੇਰੇ ਦਿਮਾਗ 'ਚ ਪਾਇਆ ਕਿ ਤੂੰ ਅੱਜ ਇੱਥੇ ਵਚਨ ਕਰ ਲਿਆ, ਤੂੰ ਕੋਈ ਹੋਰ ਵਚਨ ਤਿਆਰ ਕੀਤਾ ਆ? ਜੇ ਤੈਨੂੰ ਕਿਤੇ ਦੇਣਾ ਪਏ ਤਾਂ ਤੂੰ ਕੀ ਕਰੇਂਗਾ? ਮੈਂ ਮਨ 'ਚ ਸੋਚਿਆ ਕਿ ਕੋਈ ਨਹੀਂ, ਪਰਮੇਸ਼ਵਰ ਦੇ ਦਿਆਂਗੇ, ਤੂੰ ਬੈਠਾ ਆ, ਆਪੇ ਕਰਾਂਗੇ। ਤੇ ਜਦ ਅਸੀਂ ਉਹਨਾਂ ਦੀ ਚਰਚ ਪਹੁੰਚੇ ਤੇ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਕਿ ਅੰਗਦ, ਕਿ ਮੈਂ ਅੱਜ ਵਚਨ ਨਹੀਂ ਦੇਣਾ ਤੇ ਤੂੰ ਵਚਨ ਅੱਜ ਦੇਏਂਗਾ। ਤੇ ਮੈਨੂੰ ਉੱਥੇ ਪਰਮੇਸ਼ਵਰ ਦੀ ਗੱਲ ਯਾਦ ਆਈ ਕਿ ਪਰਮੇਸ਼ਵਰ ਨੇ ਮੈਨੂੰ ਤੁਰਨ ਲੱਗੇ ਕਿਹਾ ਸੀਗਾ ਕਿ ਤੂੰ ਵਚਨ ਤਾਂ ਕੋਈ ਤਿਆਰ ਨਹੀਂ ਕੀਤਾ, ਤੇ ਹੁਣ ਉੱਥੇ ਜਾ ਕੇ ਤੇ ਹੁਣ ਮੈਂ ਕੀ ਕਰਾਂਗਾ? ਫਿਰ ਮੈਂ ਪਰਮੇਸ਼ਵਰ ਨੂੰ ਕਿਹਾ ਕਿ ਪਰਮੇਸ਼ਵਰ ਹੁਣ ਤੁਸੀਂ ਵੀ ਕਰ ਸਕਦੇ ਹੋ। ਮੈਂ ਉਦੋਂ ਨਹੀਂ ਸੁਣਿਆ। ਇਹ ਆ ਕਿ ਪਰਮੇਸ਼ਵਰ ਨੇ 10 ਮਿੰਟ ਦੇ ਵਿੱਚ ਪੌਣੇ ਘੰਟੇ ਦਾ ਵਚਨ ਜਿਹੜਾ ਆ ਉਹ ਪਰਮੇਸ਼ਵਰ ਨੇ ਮੇਰੇ ਦਿਮਾਗ 'ਚ ਪਾ ਦਿੱਤਾ, ਪਰਮੇਸ਼ਵਰ ਨੇ ਤਿਆਰ ਕਰ ਦਿੱਤਾ। ਮੈਂ ਕੋਈ ਬਾਈਬਲ ਨਹੀਂ ਫਰੋਲੀ, ਕੁਛ ਨਹੀਂ ਕੀਤਾ, ਪਰ ਪੌਣੇ ਘੰਟੇ ਦਾ ਜਿਹੜਾ ਵਚਨ ਆ ਉਹ ਪਰਮੇਸ਼ਵਰ ਨੇ ਮੈਨੂੰ ਨਹੀਂ, ਮੈਂ ਜਦ ਉੱਥੇ ਪੌਣਾ ਘੰਟਾ ਵਚਨ ਦੇ ਰਿਹਾ ਸੀਗਾ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਕਿੱਥੋਂ ਬੋਲ ਰਿਹਾ ਆ। ਪਵਿੱਤਰ ਆਤਮਾ ਹੀ ਆ ਕੇ ਬੋਲ ਰਿਹਾ ਸੀਗਾ, ਬੁਲਾ ਰਿਹਾ ਸੀਗਾ, ਮੈਂ ਤਾਂ ਸਿਰਫ ਬੋਲਣ ਵਾਲਾ ਹੀ ਸੀਗਾ ਉੱਥੇ। ਉਹ ਇੱਕ ਅਸੰਭਵ ਗੱਲ ਸੀਗੀ ਕਿ ਮਤਲਬ ਮੈਂ ਵਚਨ ਵੀ ਤਿਆਰ ਨਹੀਂ ਕੀਤਾ ਤੇ ਪਰਮੇਸ਼ਵਰ ਨੇ ਉਹ ਕੰਮ ਮੇਰੇ ਤੋਂ ਉੱਤੇ ਲੈਣਾ ਸੀਗਾ, ਉਹ ਕਰਵਾ ਲਿਆ। ਹਾਲੇਲੂਇਆ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਸਾਰੀ ਫੈਮਿਲੀ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਨਾਲ ਆਪਣੇ ਐਕਸਪੀਰੀਅੰਸ ਨੂੰ ਸ਼ੇਅਰ ਕੀਤਾ ਔਰ ਸਾਨੂੰ ਦੱਸਿਆ ਕਿ ਕਿਵੇਂ ਉਹਨਾਂ ਦੀ ਲਾਈਫ ਦੇ ਵਿੱਚ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਨੇ ਕੰਮ ਕੀਤਾ ਹੈ। ਸਾਡੇ ਵਿਚਕਾਰ ਉਹਨਾਂ ਦੇ ਮੰਮੀ ਜੀ ਵੀ ਨੇ, ਆਂਟੀ ਜੀ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦਾ ਕੋਈ ਐਸਾ ਐਕਸਪੀਰੀਅੰਸ ਹੋਵੇ ਲਾਈਫ ਦਾ ਕਿ ਪਰਮੇਸ਼ਵਰ ਨੇ ਉਹਨਾਂ ਦੇ ਰਾਹੀਂ, ਦਰਸ਼ਨਾਂ ਦੇ ਰਾਹੀਂ ਉਹਨਾਂ ਨਾਲ ਕੋਈ ਗੱਲ ਕੀਤੀ ਹੋਵੇ, ਕੋਈ ਵੀ ਉਹਨਾਂ ਦੀ ਲਾਈਫ ਦੇ ਵਿੱਚ, ਜਾਂ ਕੋਈ ਵਚਨ ਦੇ ਰਾਹੀਂ ਉਹਨਾਂ ਨਾਲ ਪਰਮੇਸ਼ਵਰ ਨੇ ਉਹਨਾਂ ਨੂੰ ਕੁਝ ਦੱਸਿਆ ਹੋਵੇ। ਆਓ ਅਸੀਂ ਜਾਣਦੇ ਹਾਂ। ਹਾਂਜੀ, ਮੇਰੀ ਲਾਈਫ 'ਚ ਜਦੋਂ ਅਸੀਂ ਪਰਮੇਸ਼ਰ 'ਚ ਆਏ ਸੀ, ਥੋੜ੍ਹੀ ਦੇਰ ਹੀ ਹੋਈ ਸੀ, 8 ਮਹੀਨੇ ਹੋਏ ਸੀ ਜਦੋਂ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀ। ਮੈਂ ਬੜੀ ਪਰੇਸ਼ਾਨ ਸੀ ਵੀ ਹੁਣ ਅਸੀਂ ਕੀ ਕਰਾਂਗੇ, ਬਈ ਬੱਚਿਆਂ ਦਾ ਖਰਚਾ, ਕੋਈ ਪੈਸਾ ਵੀ ਨਹੀਂ ਸੀ, ਬੈਂਕ ਖਾਲੀ ਸੀ, ਵੀ ਕੌਣ ਸਾਡੀ ਹੈਲਪ ਕਰੇਗਾ। ਰਿਸ਼ਤੇਦਾਰ ਸਾਰੇ ਭੈਣ ਭਰਾ ਛੱਡ ਗਏ ਸੀ, ਕੋਈ ਨਹੀਂ ਸੀ, ਵੀ ਅਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਨਿਭਾਵਾਂਗੇ, ਅਗਲਾ ਟਾਈਮ ਅਸੀਂ ਕਿੱਦਾਂ ਕੱਟਾਂਗੇ। ਲੇਕਿਨ ਉਦੋਂ ਪਰਮੇਸ਼ਰ ਨੇ ਮੈਨੂੰ ਕਿਹਾ ਸੀ ਵੀ ਤੂੰ ਨਾ ਡਰ, ਨਾ ਘਬਰਾ, ਮੈਂ ਤੇਰੇ ਅੰਗ ਸੰਗ ਹਾਂ। ਹੁਣ ਅੱਜ ਤੱਕ ਮੇਰੇ ਬੱਚਿਆਂ ਨੂੰ ਸੰਭਾਲਿਆ, ਬਲੈਸ ਕੀਤਾ, ਵੱਡੀਆਂ ਵੱਡੀਆਂ ਪੋਸਟਾਂ 'ਤੇ ਉਹ ਕੰਮ ਕਰ ਰਹੇ ਹੈ। ਪਰਮੇਸ਼ਰ ਨੇ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ, ਅੱਗੋਂ ਤੱਕ ਵੀ ਸੰਭਾਲੇਗਾ। ਮੈਂ ਉਹਦਾ ਧੰਨਵਾਦ ਕਰਦੀ ਹਾਂ। ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ, ਸਾਰੀ ਫੈਮਿਲੀ ਦਾ, ਕਿਉਂਕਿ ਬੜੀ ਹੀ ਪਰਮੇਸ਼ਰ ਦੇ ਵਿੱਚ ਬਲੈਸਿੰਗ ਵਾਲੀ ਫੈਮਿਲੀ ਹੈ। ਤੁਸੀਂ ਸਾਰਿਆਂ ਨੇ ਦੇਖਿਆ
ਕਿ ਕਿਵੇਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਵੱਖ-ਵੱਖ ਤਰ੍ਹਾਂ ਦੇ ਨਾਲ ਕੰਮ ਕੀਤਾ ਹੈ ਔਰ ਐਕਸਪੀਰੀਅੰਸ ਕੀਤਾ ਹੈ। ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਕੰਮ ਕੀਤੇ ਹਨ ਬਹੁਤ ਵੱਡੇ ਔਰ ਅੰਗਦ ਹੀਰਾ ਜੀ ਜੋ ਕਿ ਇਵੈਂਜਲਿਸਟ ਨੇ ਔਰ ਪਰਮੇਸ਼ਰ ਦੀ ਸੇਵਾ ਵੀ ਕਰਦੇ ਨੇ, ਆਨਲਾਈਨ ਚਰਚ ਵੀ ਲਗਾਉਂਦੇ ਨੇ, ਪਰਮੇਸ਼ਰ ਦੀ ਸੇਵਕਾਈ ਨੂੰ ਵੀ ਕਰ ਰਹੇ ਨੇ ਔਰ ਪੇਸ਼ੇ ਤੋਂ ਜੋ ਕਿ ਐਡਵੋਕੇਟ ਨੇ, ਉਹਨਾਂ ਦੇ ਮਿਸਿਜ ਵੀ ਐਡਵੋਕੇਟ ਨੇ। ਇੱਕ ਪੜ੍ਹੀ ਲਿਖੀ ਫੈਮਿਲੀ ਹੈ ਕਿ ਪਰਮੇਸ਼ਰ ਦੇ ਵਿੱਚ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਤੁਸੀਂ ਸਾਰਿਆਂ ਨੇ ਜਾਣਿਆ ਕਿ ਕਿਵੇਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਕੰਮ ਕੀਤਾ ਹੈ। ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਇਸ ਟੈਸਟਮਨੀ ਦੇ ਦੁਆਰਾ, ਇਸ ਗਵਾਹੀ ਦੇ ਦੁਆਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਜ਼ਰੂਰ ਕੰਮ ਕਰੇਗਾ। ਔਰ ਤੁਸੀਂ ਇਹਨਾਂ ਦੀ ਲਾਈਫ ਦੇ ਵਿੱਚ ਜਾਣਿਆ ਕਿ ਕਿਵੇਂ ਇਹਨਾਂ ਦੀ ਸ਼ੁਰੂਆਤ ਹੋਈ ਔਰ ਕਿਵੇਂ ਇਹ ਮਸੀਹ ਦੇ ਵਿੱਚ ਆਏ ਔਰ ਕਿਵੇਂ ਇਹਨਾਂ ਦੇ ਵਿਰੋਧੀ ਵੀ ਖੜੇ ਹੋਏ, ਪਰ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਤੇਰਾ ਵਿਰੋਧ ਕਰਨ ਵਾਲੇ ਜਿਹੜੇ ਖੜੇ ਹੋਣਗੇ ਉਹ ਜ਼ਿਆਦਾ ਦੇਰ ਲਈ ਨਹੀਂ ਹੋਣਗੇ, ਕਿਉਂਕਿ ਮਸੀਹ ਦੇ ਵਿੱਚ ਜਦੋਂ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਤੂੰ ਬਚ ਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ। ਇਸ ਕਰਕੇ ਪਹਿਲਾਂ ਪਰਮੇਸ਼ਰ ਨੇ ਇਹਨਾਂ ਨੂੰ ਚੁਣਿਆ। ਅੱਜ ਇਹਨਾਂ ਦੀ ਜਿਹੜੀ ਰਿਸ਼ਤੇਦਾਰ ਹੈ, ਜਿੰਨੇ ਵੀ ਲੋਕ ਇਹਨਾਂ ਦੇ ਵਿਰੋਧੀ ਸੀ, ਅੱਜ ਉਹ ਵੀ ਮਸੀਹ ਦੇ ਵਿੱਚ ਆ ਚੁੱਕੇ ਨੇ ਤੇ ਅੱਜ ਉਹ ਵੀ ਇਹਨਾਂ ਦੇ ਨਾਲ ਸਹਿਮਤੀ ਦੇ ਨਾਲ ਚੱਲ ਰਹੇ ਨੇ। ਔਰ ਜੋ ਕਿ ਇਹਨਾਂ ਦੇ MP ਸਿੰਘ ਜੀ, ਜੋ ਕਿ ਇਹਨਾਂ ਦੇ ਚਾਚੂ ਜੀ ਵੀ ਨੇ, ਉਹ ਇੱਕ ਚਰਚ ਵੀ ਲਗਾ ਰਹੇ ਨੇ ਔਰ ਬਹੁਤ ਹੀ ਕਿਰਪਾ ਹੈ ਉਹਨਾਂ ਦੇ ਉੱਤੇ ਵੀ ਪਰਮੇਸ਼ਰ ਦੀ। ਔਰ ਧੰਨਵਾਦ ਕਰਦੇ ਹਾਂ ਇੱਕ ਵਾਰ ਫਿਰ ਤੋਂ ਅੰਗਦ ਹੀਰਾ ਜੀ ਦਾ ਔਰ ਆਂਟੀ ਜੀ ਜੋ ਸਾਡੇ ਵਿਚਕਾਰ ਨੇ, ਉਹਨਾਂ ਦੇ ਮਿਸਿਸ ਜੀ ਦਾ ਅਸੀਂ ਬਹੁਤ ਥੈਂਕਸ ਕਰਦੇ ਹਾਂ। ਔਰ ਅਸੀਂ ਅੰਗਦ ਹੀਰਾ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਇੱਕ ਛੋਟੀ ਜੀ ਪ੍ਰਾਰਥਨਾ ਕਰਨ ਤੁਹਾਡੇ ਸਭ ਦੇ ਲਈ, ਤੁਹਾਡੇ ਸਾਰਿਆਂ ਦੇ ਲਈ ਔਰ ਇਸ ਗਵਾਹੀ ਦੇ ਲਈ ਕਿ ਜੋ ਪਰਮੇਸ਼ਰ ਦੇ ਵਿੱਚ ਅੱਜ ਉਹਨਾਂ ਨੇ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ। ਪਿਤਾ ਪਰਮੇਸ਼ਵਰ, ਰੋਹਿਆ ਬਾਪ, ਜੋ ਵੀ ਇਸ ਟੈਸਟੀਮਨੀ ਨੂੰ ਦੇਖੇਗਾ, ਇਸ ਨੂੰ ਦੇਖ ਰਿਹਾ ਆ, ਹਰ ਇੱਕ ਜਨ ਲਈ ਮੇਰੀ ਦੁਆ ਆ। ਪਿਤਾ ਪਰਮੇਸ਼ਵਰ, ਅੱਲਾ ਵਾ ਸਾਰਾਸ਼ੀ ਰੋਹ ਸਾਰਵਸ਼ਾ ਰਵੱਲਾ ਸਾਰਾਸਾ ਰਮਨਾ ਸਾਰਾਸ਼ੀ। ਪਿਤਾ ਪਰਮੇਸ਼ਵਰ, ਜੋ ਵੀ ਇਸ ਵੀਡੀਓ ਨੂੰ ਦੇਖੇਗਾ, ਪਿਤਾ ਪਰਮੇਸ਼ਵਰ ਹਰ ਇੱਕ ਜਨ ਦੇ, ਪਿਤਾ ਪਰਮੇਸ਼ਵਰ ਅੱਜ ਮੇਰੀ ਦੁਆ ਆ। ਪਿਤਾ ਪਰਮੇਸ਼ਵਰ ਇਹਨਾਂ ਦੇ ਘਰਾਂ ਦੇ ਵਿੱਚ, ਪਿਤਾ ਪਰਮੇਸ਼ਵਰ ਜਿਸ ਵੀ ਤਰ੍ਹਾਂ ਦੀ ਪਿਤਾ ਪਰਮੇਸ਼ਵਰ ਪ੍ਰੋਬਲਮ ਹੋਵੇ, ਪਿਤਾ ਪਰਮੇਸ਼ਵਰ ਤੋਂ ਉਸ ਪ੍ਰੋਬਲਮ ਨੂੰ ਦੂਰ ਕਰ ਦੇਣ ਲੱਗਾ ਆ। ਪਿਤਾ ਪਰਮੇਸ਼ਵਰ ਜੋ ਬਿਮਾਰੀਆਂ ਨੇ, ਪਿਤਾ ਪਰਮੇਸ਼ਵਰ ਇਹਨਾਂ ਦੇ ਘਰਾਂ 'ਚ, ਪਿਤਾ ਪਰਮੇਸ਼ਵਰ ਇਹਨਾਂ ਨੂੰ ਜਕੜਿਆ ਹੋਇਆ, ਪਿਤਾ ਪਰਮੇਸ਼ਵਰ ਉਸ ਬਿਮਾਰੀ ਨੂੰ ਤੂੰ ਅੱਜ ਬਾਹਰ ਸੁੱਟਣ ਲੱਗਾ ਆ। ਪਿਤਾ ਪਰਮੇਸ਼ਵਰ ਲਾਹਸਾਰਾਸ਼ੀ ਰਹਸਾਰਾਵਸ਼ਿਆ ਰਵੱਲਾ, ਪਿਤਾ ਪਰਮੇਸ਼ਵਰ ਅਵੱਲਾ ਸਾਰਾਸ਼ੀਆ ਰਵੱਲਾ। ਪਿਤਾ ਪਰਮੇਸ਼ਵਰ ਮੇਰੀ ਦੁਆ ਆ। ਪਿਤਾ ਪਰਮੇਸ਼ਵਰ ਸੱਚ ਦੀ ਆਵਾਜ਼ ਚੈਨਲ ਦਾ ਡਾਇਰੈਕਟਰ ਪਿਤਾ ਪਰਮੇਸ਼ਵਰ ਨਵਜੋਤ ਸਿੰਘ ਅਤੇ ਉਸਦੇ ਪਰਿਵਾਰ ਲਈ, ਪਿਤਾ ਪਰਮੇਸ਼ਵਰ ਹੈ ਜੋ ਪਿਤਾ ਪਰਮੇਸ਼ਵਰ ਇਹਨਾਂ ਨੇ ਤੇਰਾ ਕੰਮ ਅੱਗੇ ਵਧਾਇਆ ਹੋਇਆ ਆ। ਪਿਤਾ ਪਰਮੇਸ਼ਵਰ ਇਸ ਦੇ ਵਿੱਚ ਪਿਤਾ ਪਰਮੇਸ਼ਵਰ ਤੂੰ ਹੋਰ ਬਰਕਤ ਪਾਉਣੀ। ਪਿਤਾ ਪਰਮੇਸ਼ਵਰ ਆਉਣ ਵਾਲੇ ਸਮੇਂ 'ਚ ਪਿਤਾ ਪਰਮੇਸ਼ਵਰ ਇਹ ਇਸੇ ਚੈਨਲ ਦੇ ਥਰੂ ਪਿਤਾ ਪਰਮੇਸ਼ਵਰ ਤੇਰਾ ਨਾਮ ਜਿਹੜਾ ਪਿਤਾ ਪਰਮੇਸ਼ਵਰ ਹੋਰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਸਕਣ। ਪਿਤਾ ਪਰਮੇਸ਼ਵਰ ਤੇਰਾ ਵੱਡਾ ਫਜ਼ਲ ਪਿਤਾ ਪਰਮੇਸ਼ਵਰ ਅੱਜ ਇਹਨਾਂ ਦੇ ਉੱਤੇ ਆਵੇ, ਇਹਨਾਂ ਦੇ ਕੰਮ ਤੇ ਆਵੇ। ਪਿਤਾ ਪਰਮੇਸ਼ਵਰ ਇਸ ਚੈਨਲ ਤੇ ਹੋਵੇ। ਪਿਤਾ ਪਰਮੇਸ਼ਵਰ ਹਰ ਗੰਦੀ ਬਦਰੂਹ, ਗੰਦੀ ਸ਼ਕਤੀ ਪਿਤਾ ਪਰਮੇਸ਼ਵਰ ਉਸ ਤੋਂ ਪਿਤਾ ਪਰਮੇਸ਼ਵਰ ਇਹਨਾਂ ਦੇ ਚੈਨਲ ਨੂੰ ਬਚਾ ਕੇ ਰੱਖਣਾ। ਪਿਤਾ ਪਰਮੇਸ਼ਵਰ ਹਰ ਕੰਟਰੋਵਰਸੀ ਤੋਂ ਇਹਨਾਂ ਦੇ ਚੈਨਲ ਨੂੰ ਬਚਾ ਕੇ ਰੱਖਣਾ। ਪਿਤਾ ਪਰਮੇਸ਼ਵਰ ਆਉਣ ਵਾਲੇ ਸਮੇਂ 'ਚ ਪਿਤਾ ਪਰਮੇਸ਼ਵਰ ਇਹਨਾਂ ਦਾ ਚੈਨਲ ਪਿਤਾ ਪਰਮੇਸ਼ਵਰ ਤੇਰੇ ਖੁਸ਼ਖਬਰੀ ਦੇ ਪ੍ਰਚਾਰ ਦਾ ਪਿਤਾ ਪਰਮੇਸ਼ਵਰ ਕਰੇ। ਪਿਤਾ ਰਹਰ ਸਾਰਾਸ਼ੀ ਰਮਨਾ ਸਾਰਾਵਸ਼ਾ। ਪਿਤਾ ਪਰਮੇਸ਼ਵਰ ਜੋ ਵੀ ਪਿਤਾ ਪਰਮੇਸ਼ਵਰ ਜਨ ਸਾਡੀ ਇਸ ਗਵਾਹੀ ਨੂੰ ਸੁਣੇ, ਪਿਤਾ ਪਰਮੇਸ਼ਵਰ ਉਹਦੀਆਂ ਜ਼ਿੰਦਗੀਆਂ 'ਚ ਵੀ ਪਿਤਾ ਪਰਮੇਸ਼ਵਰ ਤੁਹਾਡਾ ਵੱਡਾ ਜਲਾਲ ਆਵੇ। ਪਿਤਾ ਪਰਮੇਸ਼ਵਰ ਰੂਹ ਸਾਰਾਸ਼ੀ ਆਮੀਨ ਹਾਲੇਲੂਇਆ। ਸਭ ਨੂੰ ਬਹੁਤ ਧੰਨਵਾਦ ਸਾਰੀ ਫੈਮਿਲੀ ਦਾ ਔਰ ਜਿੰਨੇ ਵੀ ਇਸ ਗਵਾਹੀ ਨੂੰ, ਇਸ ਟੈਸਟਮਨੀ ਨੂੰ ਸੁਣ, ਤੁਸੀਂ ਜ਼ਰੂਰ ਇਸ ਟੈਸਟਮਨੀ ਦੇ ਦੁਆਰਾ, ਇਸ ਗਵਾਹੀ ਦੇ ਦੁਆਰਾ ਬਰਕਤ ਪਾਵੋਗੇ। ਔਰ ਜਿੰਨੇ ਇਸ ਸੱਚ ਦੀ ਆਵਾਜ਼ ਚੈਨਲ ਨੂੰ ਦੇਖ ਰਹੇ ਆ, ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਔਰ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਲੋਕਾਂ ਤੱਕ ਇਸ ਟੈਸਟਮਨੀ ਪਹੁੰਚ ਸਕੇ ਜਿਹੜੇ ਲੋਕ ਇਸ ਟੈਸਟਮਨੀ ਦੇ ਦੁਆਰਾ ਆਸ਼ੀਸ਼ ਨੂੰ ਪਾ ਸਕਣ। ਇਸ ਕਰਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸਭ ਨੂੰ ਜੈ ਮਸੀਹ ਦੀ। ਧੰਨਵਾਦ ਪ੍ਰਭੂ ਦਾ।